ਸ਼੍ਰੀ ਅਕਾਲ। ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਵਜੋਤ ਕੌਰ। ਸੂਬੇ ਦੇ ਵਿੱਚ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ, ਇਸ ਕਰਕੇ ਪਾਬੰਦੀਆਂ ਨੂੰ ਹੁਣ 30 ਸਤੰਬਰ ਤੱਕ ਵਧਾ ਦਿੱਤਾ ਗਿਆ। ਹਾਲਾਂਕਿ ਕੋਈ ਬਹੁਤ ਸਾਰੀਆਂ ਪਾਬੰਦੀਆਂ ਨਹੀਂ ਲੱਗੀਆਂ ਹੋਈਆਂ ਸੀ। ਲਗਭਗ ਕੋਵਿਡ ਕਰਕੇ ਜਿਹੜੀਆਂ ਪਹਿਲਾਂ ਪਾਬੰਦੀਆਂ ਚੱਲ ਰਹੀਆਂ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ, ਪਰ ਕੁਝ ਪਾਬੰਦੀਆਂ ਹਜੇ ਵੀ ਪੰਜਾਬ ਦੇ ਵਿੱਚ ਚੱਲ ਰਹੀਆਂ ਸੀ। ਜਿਸ ਤਰੀਕੇ ਦੇ ਨਾਲ ਇਨਡੋਰ ਜਾਂ ਆਊਟਡੋਰ ਜਿਹੜੀ ਲੋਕਾਂ ਦਾ ਇਕੱਠ ਹੈ ਉਹ ਸਿਰਫ 300 ਵਿਅਕਤੀਆਂ ਦਾ ਹੀ ਹੋ ਸਕਦਾ ਹੈ। ਇਸ ਨੂੰ ਹੁਣ 30 ਸਤੰਬਰ ਤੱਕ ਵਧਾਇਆ ਗਿਆ। 300 ਬੰਦੇ ਹੀ ਜਿਹੜੇ ਨੇ ਉਹ ਕਿਸੇ ਵੀ ਇਨਡੋਰ ਸਮਾਗਮ ਦੇ ਵਿੱਚ ਜਾਂ ਆਊਟਡੋਰ ਸਮਾਗਮ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਇਸ ਦੇ ਵਿੱਚ ਵਿਆਹ ਸ਼ਾਦੀਆਂ, ਭੋਗ ਦੇ ਸਮਾਗਮ ਜਾਂ ਫਿਰ ਰਾਜਨੀਤਿਕ ਇਕੱਠ ਵੀ ਜਿਹੜੇ ਨੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਤਾਂ 300 ਤੋਂ ਵੱਧ ਇਕੱਠ ਨਹੀਂ ਕੀਤਾ ਜਾ ਸਕਦਾ, ਚਾਹੇ ਉਹ ਵਿਆਹ ਦਾ ਪ੍ਰੋਗਰਾਮ ਹੋਵੇ ਜਾਂ ਫਿਰ ਕੋਈ ਵੀ ਰਾਜਨੀਤਿਕ ਇਕੱਠ ਹੋਵੇ। ਹਾਲਾਂਕਿ ਰਾਜਨੀਤਿਕ ਇਕੱਠਾਂ ਦੇ ਵਿੱਚ ਤਾਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਆਪਣੀਆਂ ਗਾਈਡਲਾਈਨਸ ਜਾਰੀ ਕਰਨੀਆਂ ਹੁੰਦੀਆਂ ਉਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕੋਈ ਵੀ ਸਮਾਗਮ ਹੈ ਉੱਥੇ ਸਿਰਫ 300 ਵਿਅਕਤੀ ਹੀ ਇਕੱਠੇ ਹੋ ਸਕਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਫੈਸਟੀਵਲ ਸੀਜ਼ਨ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣਾ, ਪੂਰੇ ਦੇਸ਼ ਦੇ ਵਿੱਚ ਸ਼ੁਰੂ ਹੋ ਜਾਣਾ, ਜੇਕਰ ਕੋਈ ਤਿਉਹਾਰਾਂ ਦਾ ਸਮਾਗਮ ਵੀ ਹੋ ਰਿਹਾ ਉੱਥੇ ਵੀ 300 ਵਿਅਕਤੀ ਹੀ ਇਕੱਠੇ ਹੋਣਗੇ, ਉਹਨਾਂ ਤੋਂ ਜ਼ਿਆਦਾ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਇਸ ਕਰਕੇ ਜਿਹੜੀਆਂ ਨਵੀਆਂ ਹਦਾਇਤਾਂ ਨੇ ਉਹਨਾਂ ਨੂੰ ਲਾਗੂ ਕੀਤਾ ਗਿਆ। ਇਸੇ ਦੇ ਨਾਲ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ, ਉਹ ਹੈ ਸਰਕਾਰੀ ਕਰਮਚਾਰੀਆਂ ਨੂੰ ਲੈ ਕੇ। ਸਰਕਾਰੀ ਕਰਮਚਾਰੀ ਜਿਹੜੇ ਸਰਕਾਰੀ ਅਦਾਰਿਆਂ ਦੇ ਵਿੱਚ ਕੰਮ ਕਰਦੇ ਨੇ, ਚਾਹੇ ਉਹ ਬੈਂਕ ਨੇ ਜਾਂ ਫਿਰ ਹੋਰ ਜਿਹੜੇ ਵੀ ਡੀਸੀ ਆਫਿਸ ਨੇ, तमाम ਉਸ ਅਦਾਰੇ ਜਿਹੜੇ ਸਰਕਾਰ ਦੇ ਅੰਡਰ ਆਉਂਦੇ ਨੇ, ਉੱਥੇ ਹੁਣ ਸਰਕਾਰ ਨੇ ਸਖਤੀ ਕਰ ਦਿੱਤੀ ਹੈ। ਸਰਕਾਰ ਨੇ ਸਿੱਧੇ ਤੌਰ ਤੇ ਕਿਹਾ ਕਿ ਜੇਕਰ ਕੋਈ ਵੀ ਅਜਿਹਾ ਮੁਲਾਜ਼ਮ ਉਹਨਾਂ ਨੂੰ ਮਿਲਦਾ ਹੈ ਜਿਸ ਨੇ 15 ਸਤੰਬਰ ਤੱਕ ਕੋਵਿਡ ਦਾ ਇੱਕ ਵੀ ਟੀਕਾ ਨਹੀਂ ਲਵਾਇਆ, ਕੋਈ ਵੀ ਡੋਜ਼ ਨਹੀਂ ਲਈ, ਉਸ ਦੀ 15 ਸਤੰਬਰ ਤੋਂ ਬਾਅਦ ਛੁੱਟੀ ਕਰ ਦਿੱਤੀ ਜਾਏਗੀ। ਯਾਨੀ ਕਿ ਉਸ ਨੂੰ ਛੁੱਟੀ ਤੇ ਭੇਜ ਦਿੱਤਾ ਜਾਏਗਾ, ਘਰ ਤੋਂ ਕੰਮ ਉਹਨਾਂ ਦੇ ਵੱਲੋਂ ਕੀਤਾ ਜਾਏਗਾ, ਪਰ ਦਫ਼ਤਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤਾਂ ਸਰਕਾਰੀ ਕਰਮਚਾਰੀਆਂ ਦੇ ਲਈ ਇਹ ਵੱਡਾ ਫਰਮਾਨ ਹੈ, ਸਖਤ ਫਰਮਾਨ ਵੀ ਕਹਿ ਸਕਦੇ ਹਾਂ, ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਨੇ, ਸਰਕਾਰੀ ਕਰਮਚਾਰੀ ਅਜਿਹੇ ਨੇ ਜਿਹੜੇ ਕੋਵਿਡ ਤੋਂ ਕਹਿ ਸਕਦੇ ਨੇ ਕਿ ਹਜੇ ਡਰ ਰਹੇ ਨੇ, ਟੀਕੇ ਤੋਂ ਡਰ ਰਹੇ ਨੇ ਕਿ ਟੀਕਾ ਅਸੀਂ ਲਵਾਈਏ ਕਿ ਨਾ ਲਵਾਈਏ, ਸ਼ਸ਼ੋ ਪੰਜ ਦੇ ਵਿੱਚ ਪਏ ਹੋਏ ਨੇ ਔਰ ਇਸ ਕਰਕੇ ਉਹਨਾਂ ਨੇ ਟੀਕਾ ਹਜੇ ਤੱਕ ਨਹੀਂ ਲਵਾਇਆ। ਤਾਂ ਸਰਕਾਰ ਹੁਣ ਕਹਿ ਰਹੀ ਹੈ ਕਿ ਜੇਕਰ ਤੁਸੀਂ ਟੀਕਾ ਨਹੀਂ ਲਗਾਇਆ, ਕੋਵਿਡ ਦਾ ਇੱਕ ਵੈਕਸੀਨ ਵੀ ਨਹੀਂ ਲਈ ਹੈ, ਤਾਂ ਫਿਰ 15 ਸਤੰਬਰ ਤੋਂ ਬਾਅਦ ਤੁਹਾਨੂੰ ਦਫ਼ਤਰ ਨਹੀਂ ਆਉਣ ਦਿੱਤਾ ਜਾਏਗਾ। 15 ਸਤੰਬਰ ਤੋਂ ਬਾਅਦ ਤੁਸੀਂ ਘਰ ਬੈਠ ਕੇ ਹੀ ਕੰਮ ਕਰੋਗੇ। ਇਹ ਪੰਜਾਬ ਸਰਕਾਰ ਦਾ ਫਰਮਾਨ ਹੈ। ਸਿੱਧੇ ਤੌਰ ਤੇ ਸਰਕਾਰੀ ਕਰਮਚਾਰੀਆਂ ਦੇ ਲਈ ਇੱਕ ਸਖਤ ਫਰਮਾਨ ਹੈ ਕਿ 15 ਸਤੰਬਰ ਤੱਕ ਹਰ ਹਾਲ ਦੇ ਵਿੱਚ ਸਾਰੇ ਸਰਕਾਰੀ ਮੁਲਾਜ਼ਮ, ਫਿਰ ਚਾਹੇ ਉਹ ਕੋਈ ਵੀ ਦਰਜੇ ਦਾ ਮੁਲਾਜ਼ਮ ਹੈ, ਪੀਐਨ ਹੈ ਜਾਂ ਫਿਰ ਕੋਈ ਵੱਡਾ ਅਧਿਕਾਰੀ ਹੈ, ਜੇਕਰ ਉਸਨੇ ਕੋਵਿਡ ਦਾ ਟੀਕਾ ਨਹੀਂ ਲਵਾਇਆ ਤਾਂ ਫਿਰ ਦਫ਼ਤਰ ਦੇ ਵਿੱਚ ਐਂਟਰੀ ਨਹੀਂ ਮਿਲੇਗੀ ਸਰਕਾਰੀ ਕਰਮਚਾਰੀਆਂ ਦੇ ਲਈ। ਹਾਲਾਂਕਿ ਪ੍ਰਾਈਵੇਟ ਦੇ ਲਈ ਵੀ ਕੰਪਲਸਰੀ ਕੀਤਾ ਗਿਆ, ਪਰ ਜੋ ਅੱਜ ਗਾਈਡਲਾਈਨਸ ਜਾਰੀ ਕੀਤੀਆਂ ਉਸ ਦੇ ਵਿੱਚ ਸਿਰਫ ਸਰਕਾਰੀ ਕਰਮਚਾਰੀਆਂ ਦਾ ਹੀ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਇੱਕ ਵੱਡਾ ਫਰਮਾਨ ਸਰਕਾਰ ਦੇ ਵੱਲੋਂ ਕੀ ਦਿੱਤਾ ਗਿਆ, ਉਹ ਇਹ ਹੈ ਕਿ ਟੈਸਟਿੰਗ ਜਿਹੜੀ ਹੈ ਉਸ ਨੂੰ ਵਧਾਇਆ ਜਾਵੇ। ਜਿਵੇਂ ਪਹਿਲਾਂ ਟੈਸਟਿੰਗ ਚੱਲ ਰਹੀ ਸੀ, 10,000 ਦਾ ਟਾਰਗੇਟ, 20,000 ਦਾ ਟਾਰਗੇਟ ਕੀਤਾ ਗਿਆ ਸੀ ਸਰਕਾਰ ਦੇ ਵੱਲੋਂ, ਹੁਣ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ 50,000 ਦਾ ਟਾਰਗੇਟ ਲੈ ਕੇ ਚੱਲੇ ਹਾਂ। ਇੱਕ ਦਿਨ ਦੇ ਵਿੱਚ ਅਸੀਂ 50,000 ਟੈਸਟ ਕਰਾਂਗੇ ਤੇ ਜੇਕਰ ਕੋਈ ਪੋਜ਼ਿਟਿਵ ਆਉਂਦਾ ਫਿਰ ਉਸ ਨੂੰ ਟ੍ਰੀਟਮੈਂਟ ਦਿੱਤਾ ਜਾਏਗਾ, ਜੇਕਰ ਕੋਈ ਨੈਗੇਟਿਵ ਆਉਂਦਾ ਤਾਂ ਫਿਰ ਉਹ ਨੈਗੇਟਿਵ ਤਾਂ ਰਹੇਗਾ ਹੀ। ਤਾਂ ਇਹ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਾਂ ਟਾਰਗੇਟ ਜਿਹੜਾ ਉਹ ਸੈੱਟ ਕੀਤਾ ਗਿਆ। ਇਸ ਤੋਂ ਇਲਾਵਾ ਅਗਲਾ ਫਰਮਾਨ ਕਿਹਾ ਗਿਆ ਕਿ ਚੇਅਰਿੰਗ ਆ ਵਰਚੁਅਲ ਹਾਈ ਲੈਵਲ ਕੋਵਿਡ ਰਿਵਿਊ ਮੀਟਿੰਗ ਦਾ ਚੀਫ ਮਿਨਿਸਟਰ ਆਲਸੋ ਡਾਇਰੈਕਟਡ ਦਾ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਟੂ ਪ੍ਰੀਪੇਅਰ ਟੂ ਓਪਨ ਆਂਗਨਵਾੜੀ centers within this month, making Punjab the first state to do so. The opening of these centers will be subject to vaccination of staff and other guidelines to be worked out jointly with the health department। ਤਾਂ ਆਂਗਨਵਾੜੀ ਸੈਂਟਰ ਖੋਲੇ ਜਾ ਰਹੇ ਨੇ। ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਦੇਸ਼ ਦੇ ਵਿੱਚ ਪਹਿਲਾ ਉਹ ਸੂਬਾ ਹੋਵਾਂਗੇ ਜਿਨ੍ਹਾਂ ਨੇ ਆਂਗਨਵਾੜੀ ਸੈਂਟਰ ਖੋਲੇ ਨੇ। ਆਂਗਨਵਾੜੀ ਸੈਂਟਰਾਂ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ, ਆਸ਼ਾ ਵਰਕਰ ਜਿਵੇਂ ਕੰਮ ਕਰਦੇ ਨੇ, ਉਹਨਾਂ ਨੂੰ ਫਿਰ ਵੈਕਸੀਨੇਸ਼ਨ ਦੇ ਲਈ ਵਰਤਿਆ ਜਾਏਗਾ ਕਿ ਘਰ ਘਰ ਦੇ ਵਿੱਚ ਵੈਕਸੀਨੇਸ਼ਨ ਜਿਹੜੀ ਆ ਉਹ ਪਹੁੰਚਾਈ ਜਾਵੇ। ਇਸ ਤੋਂ ਇਲਾਵਾ ਹੋਰ ਜਿਹੜੀ ਤਮਾਮ ਹੈਲਪ ਪਹੁੰਚਾਉਣੀ ਹੈ, ਲੋਕਾਂ ਤੱਕ ਸਹੂਲਤਾਂ ਪਹੁੰਚਾਉਣੀਆਂ ਨੇ, ਉਹ ਪਹੁੰਚਾਉਣ ਦੇ ਵਿੱਚ ਆਂਗਨਵਾੜੀ ਸੈਂਟਰ ਜਿਹੜੇ ਨੇ ਉਹ ਸਹਾਇਤਾ ਕਰਨਗੇ। ਤਾਂ ਇਸ ਦੇ ਲਈ ਆਂਗਨਵਾੜੀ ਸੈਂਟਰ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਹੁਣ ਤਮਾਮ ਸਾਰੇ ਖੋਲ ਦਿੱਤੇ ਜਾਣਗੇ ਤੇ ਉਹਨਾਂ ਦੀ ਸਹਾਇਤਾ ਲਈ ਜਾਏਗੀ। ਪੰਜਾਬ ਸਰਕਾਰ ਨੇ ਅਗਲਾ ਇਹ ਵੀ ਆਦੇਸ਼ ਜਾਰੀ ਕੀਤਾ ਹੈ। ਪੰਜਾਬ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਕਿਉਂਕਿ ਕੋਵਿਡ ਦੀ ਤੀਸਰੀ ਲਹਿਰ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ, ਹਰ ਇੱਕ ਸਿਹਤ ਜਿਹੜਾ ਮੰਤਰਾਲੇ ਹੈ, ਚਾਹੇ ਉਹ ਦੇਸ਼ ਦਾ ਹੋਵੇ, ਵਿਦੇਸ਼ ਦਾ ਹੋਵੇ, ਵਰਲਡ ਲੈਵਲ ਤੇ ਹੋਵੇ, ਉਹ ਇਹ ਗੱਲ ਕਹਿ ਰਹੇ ਨੇ ਕਿ ਤੀਜੀ ਲਹਿਰ ਕਰੋਨਾ ਦੀ ਆ ਸਕਦੀ ਹੈ। ਤਾਂ ਇਸ ਕਰਕੇ ਪੰਜਾਬ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਨੇ ਕਿ ਕਰੋਨਾ ਦੀ ਤੀਜੀ ਲਹਿਰ
लहर तो बचण दे लई चाहे फिर गुरुद्वारा साहिब होवे, कोई मंदिर होवे, मस्जिद होवे, उत्थे जिन्ने भी श्रद्धालु जा रहे ने उन्हां दे लई मास्क पहनना जरूरी होएगा। उन्हां ने सोशल डिस्टेंसिंग का ध्यान भी रखना है क्योंकि फैसटीवल सीजन आ रहा है, त्योहारां दे सीजन दे विच आम लोग वड्डे पੱਧਰ ਦੇ ਉੱਤੇ इन्हां गुरुधामां दे विच जांदे ने, मंदिरां दे विच जांदे ने, मस्जिदां दे विच जांदे ने, तां ਜਿਹੜੇ ਵੀ ਵਿਅਕਤੀ ਜਾ ਰਹੇ ਨੇ ਉਹਨਾਂ ਨੂੰ ਆਪਣੀ ਨਿੱਜੀ ਰਿਸਪੌਂਸਿਬਿਲਟੀ ਸਮਝਦਿਆਂ ਹੋਇਆਂ ਮਾਸਕ ਹਰ ਹਾਲ ਦੇ ਵਿੱਚ ਪਹਿਨਣਾ ਪਏਗਾ। ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਵੀ ਰੱਖਣਾ ਪਏਗਾ। ਇਸ ਤੋਂ ਇਲਾਵਾ ਜਿਹੜੇ ਚੀਫ ਸੈਕਟਰੀ ਨੇ ਬਿਨੀ ਮਹਾਜਨ ਉਹਨਾਂ ਨੂੰ ਵੀ ਆਦੇਸ਼ ਦਿੱਤੇ ਗਏ ਨੇ ਕਿ ਉਹ ਪੁਲਿਸ ਦੇ ਨਾਲ ਮਿਲ ਕੇ ਅਜਿਹੇ ਗਰੁੱਪ ਤਿਆਰ ਕਰਨ ਜਿਹੜੇ ਰੈਸਟੋਰੈਂਟਾਂ ਦੇ ਵਿੱਚ ਚੈੱਕ ਰੱਖ ਸਕਣ। ਰੈਸਟੋਰੈਂਟਾਂ ਦੇ ਵਿੱਚ ਕਿਉਂਕਿ ਆਮ ਲੋਕ ਜਾਂਦੇ ਨੇ ਉੱਥੇ ਹਰ ਤਰੀਕੇ ਦੇ ਨਾਲ ਜਿਹੜਾ ਸਿਟਿੰਗਸ ਕੀਤੀਆਂ ਜਾਂਦੀਆਂ ਨੇ, ਇਸ ਤੋਂ ਇਲਾਵਾ ਹਰ ਤਰੀਕੇ ਦੇ ਨਾਲ ਸੋਸ਼ਲ ਗੈਦਰਿੰਗਸ ਕੀਤੀਆਂ ਜਾਂਦੀਆਂ ਨੇ। ਇਸ ਕਰਕੇ ਉੱਥੇ ਅਜਿਹੇ ਗਰੁੱਪ ਤਿਆਰ ਕੀਤੇ ਜਾਣਗੇ ਜਿਹੜੇ ਇਹਨਾਂ ਤਮਾਮ ਚੀਜ਼ਾਂ ਦੇ ਉੱਤੇ ਨਿਗਰਾਨੀ ਰੱਖਣਗੇ ਕਿ ਕੀ ਰੈਸਟੋਰੈਂਟਾਂ ਦੇ ਵਿੱਚ ਜਾਂ ਬਾਰਸ ਦੇ ਵਿੱਚ, ਪਬਸ ਦੇ ਵਿੱਚ ਕੋਵਿਡ ਦੇ ਨਿਯਮਾਂ ਦਾ ਧਿਆਨ ਰੱਖਿਆ ਜਾ ਰਿਹਾ ਜਾਂ ਨਹੀਂ। ਤਾਂ ਇਸ ਨੂੰ ਲੈ ਕੇ ਚੀਫ ਸੈਕਟਰੀ ਨੂੰ ਵੀ ਜਿਹੜੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਪੂਰੇ ਜਿਹੜੇ ਸੂਬੇ ਦੇ ਜ਼ਿਲ੍ਹੇ ਨੇ ਉਹਨਾਂ ਨੂੰ ਵੀ ਸਤਰਕ ਕਰ ਦਿੱਤਾ ਗਿਆ, ਅਲਰਟ ਕਰ ਦਿੱਤਾ ਗਿਆ ਕਿ ਫੈਸਟੀਵਲ ਸੀਜ਼ਨ ਹੈ। ਇਸ ਕਰਕੇ ਹੁਣ ਸਭ ਨੂੰ ਧਿਆਨ ਦੇਣਾ ਪਏਗਾ, ਸਾਰੇ ਰਲ ਮਿਲ ਕੇ ਧਿਆਨ ਦਈਏ ਤਾਂ ਜੋ ਕਰੋਨਾ ਦੀ ਤੀਸਰੀ ਲਹਿਰ ਤੋਂ ਬਚਿਆ ਜਾ ਸਕੇ। ਤਾਂ ਪੰਜਾਬ ਸਰਕਾਰ ਦੇ ਵੱਲੋਂ 30 ਸਤੰਬਰ ਤੱਕ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਨੇ। ਸਰਕਾਰੀ ਕਰਮਚਾਰੀਆਂ ਦੇ ਲਈ ਸਖਤ ਫਰਮਾਨ ਜਾਰੀ ਕੀਤੇ ਗਏ ਨੇ। ਕੋਵਿਡ ਦੀ ਵੈਕਸੀਨੇਸ਼ਨ ਜਿਹੜੀ ਹੈ ਉਸ ਨੂੰ ਕੰਪਲਸਰੀ ਕਰ ਦਿੱਤਾ ਹੈ। ਜੇਕਰ 15 ਸਤੰਬਰ ਤੱਕ ਵੈਕਸੀਨੇਸ਼ਨ ਨਹੀਂ ਕਰਵਾਈ ਜਾਏਗੀ ਸਰਕਾਰੀ ਕਰਮਚਾਰੀਆਂ ਦੇ ਵੱਲੋਂ ਤਾਂ 15 ਸਤੰਬਰ ਤੋਂ ਬਾਅਦ ਫਿਰ ਉਹਨਾਂ ਨੂੰ ਘਰ ਭੇਜ ਦਿੱਤਾ ਜਾਏਗਾ। ਘਰੋਂ ਹੀ ਉਹਨਾਂ ਨੂੰ ਕੰਮ ਕਰਨਾ ਪਏਗਾ। ਦਫ਼ਤਰ ਦੇ ਵਿੱਚ ਐਂਟਰੀ ਸਰਕਾਰੀ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ। ਇਸ ਤੋਂ ਇਲਾਵਾ ਫੈਸਟੀਵਲ ਸੀਜ਼ਨ ਹੋਣ ਕਰਕੇ ਚਾਹੇ ਕੋਈ ਵੀ ਗੈਦਰਿੰਗ ਹੋ ਰਹੀ ਹੈ, ਵਿਆਹ ਸ਼ਾਦੀ ਸਮਾਗਮ ਹੋ ਰਹੇ ਨੇ ਜਾਂ ਫਿਰ ਤਿਉਹਾਰਾਂ ਨੂੰ ਲੈ ਕੇ ਕੋਈ ਗੈਦਰਿੰਗ ਕੀਤੀ ਜਾ ਰਹੀ ਹੈ, ਉੱਥੇ ਸਿਰਫ 300 ਵਿਅਕਤੀਆਂ ਨੂੰ ਹੀ ਇਜਾਜ਼ਤ ਮਿਲੇਗੀ। ਫਿਰ ਚਾਹੇ ਉਹ ਇਨਡੋਰ ਕੋਈ ਵੀ ਸਮਾਗਮ ਹੋਵੇ ਜਾਂ ਫਿਰ ਆਊਟਡੋਰ ਕੋਈ ਸਮਾਗਮ ਹੋਵੇ। ਤਾਂ ਇਹ तमाम ਹਦਾਇਤਾਂ ਜਿਹੜੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਨਵੀਆਂ ਜਾਰੀ ਕੀਤੀਆਂ ਗਈਆਂ ਨੇ।